ਅੱਗੇ ਵਧਦੇ ਤੁਹਾਨੂੰ ਲੈ ਚੱਲਦੇ ਜਿੱਥੇ ਸਦਾ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਸੁਣਦੇ ਉਹਨਾਂ ਦਾ ਕੀ ਪੁਲਿਸ ਨੇ ਸੋਲਵ ਕਰ ਲਿਆ ਹੈਗਾ ਤੇ 3 ਗ੍ਰਿਫਤਾਰੀਆਂ ਕੀਤੀਆਂ ਤੇ ਜਿਹੜਾ ਮੋਡਿਊਲ ਇਸ ਮਰਡਰ ਦੇ ਪਿੱਛੇ ਸੀਗਾ ਉਹ ਪੂਰੀ ਤਰ੍ਹਾਂ ਉਸ ਨੂੰ ਅਨਵੇਲ ਕਰਕੇ ਬਸਟ ਕੀਤਾ ਗਿਆ ਹੈ। ਇਹ ਐਕਸਟੋਰਸ਼ਨ ਕਾਲ 1 ਨਵੰਬਰ ਨੂੰ ਹੋਈ ਸੀਗੀ ਡਿਸੀਜ਼ਡ ਭੁਪਿੰਦਰ ਸਿੰਘ ਉਰਫ ਟਿਮੀ ਨੂੰ ਤੇ 8 ਨਵੰਬਰ ਨੂੰ ਦੂਜੀ ਐਕਸਟੋਰਸ਼ਨ ਕਾਲ ਹੋਈ ਸੀ। ਉਸ ਤੋਂ ਬਾਅਦ ਉਹਨਾਂ ਨੇ ਮਸਲਾ ਪੁਲਿਸ ਦੇ ਨੋਟਿਸ 'ਚ ਲਿਆਂਦਾ ਸੀਗਾ ਤੇ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਸੀਗੀ। ਇਹ ਜਿਹੜਾ ਇਨਸੀਡੈਂਟ 7 ਦਸੰਬਰ ਨੂੰ 8:30 PM ਤੇ ਹੋਇਆ ਸੀਗਾ ਜਦੋਂ 2 ਮੋਟਰਸਾਈਕਲਾਂ ਤੇ 5 ਅਣਪਛਾਤੇ ਵਿਅਕਤੀ ਆਏ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਸੀ, ਜਿਸ ਤੇ ਜਿਹੜਾ ਗਨਮੈਨ ਮਨਦੀਪ ਸਿੰਘ ਸੀਗਾ ਉਹਨੇ ਜਵਾਬੀ ਫਾਇਰ ਕੀਤੇ ਸੀ। ਕਾਫੀ ਬਹਾਦਰੀ ਨਾਲ ਅਟੈਕ ਦਾ ਜਵਾਬ ਦਿੱਤਾ ਸੀਗਾ ਤੇ ਦੋਵਾਂ ਨੂੰ ਇੰਜਰੀਜ਼ ਹੋਈ ਸੀ। ਭੁਪਿੰਦਰ ਸਿੰਘ ਟਿਮੀ ਸਕਮ ਟੂ ਹਿਸ ਇੰਜਰੀਜ਼ ਤੇ ਨੈਕਸਟ ਡੇ ਜਿਹੜਾ ਸਾਡਾ ਮੁਲਾਜ਼ਮ ਮਨਦੀਪ ਸੀਗਾ ਉਹ ਵੀ ਸ਼ਹੀਦ ਹੋ ਗਿਆ ਸੀਗਾ। ਇਹ ਸਾਰੀ ਇਨਵੈਸਟੀਗੇਸ਼ਨ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਈ ਕਿ ਇਹ ਕਿਸੇ ਵੀ ਆਰਗੇਨਾਈਜ਼ਡ ਜਾਂ ਕਿਸੇ ਕ੍ਰਿਮੀਨਲ ਗਰੁੱਪ ਨਾਲ ਐਸੋਸੀਏਟਡ ਗਰੁੱਪ ਦਾ ਕੰਮ ਨਹੀਂ ਸੀ। ਇਹ ਬਿਲਕੁਲ ਹੀ ਨਵਾਂ ਗਰੁੱਪ ਜਿਹੜਾ ਇਮਰਜ ਹੋਇਆ ਸੀਗਾ, ਜਿਸ ਦਾ ਸੂਤਰਧਾਰ ਇੱਕ USA ਦੇ ਵਿੱਚ ਯੂਬਾ ਸਿਟੀ ਦੇ ਵਿੱਚ ਬੈਠਾ ਹੋਇਆ ਬੰਦਾ ਜਿਹੜਾ ਅਮਨਦੀਪ ਸਿੰਘ ਪੂਰੇਵਾਲ ਹੈਗਾ। ਇਹ ਮਾਲੜੀ ਪਿੰਡ ਉਹ ਨੇੜੇ ਹੈਗਾ, ਉਸ ਤੋਂ ਮਾਲੜੀ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਇਸ ਦਾ ਜਿਹੜਾ ਕੀ ਆਪਰੇਟਿਵ ਇੰਡੀਆ ਦੇ ਵਿੱਚ ਗੁਰਿੰਦਰ ਸਿੰਘ ਉਰਫ ਗਿੰਦਾ ਉਹ ਵੀ ਮਾਲੜੀ ਪਿੰਡ ਦਾ ਸੀਗਾ। ਉਹ ਸੇਮ ਵਿਲੇਜ ਜਿਹੜਾ ਜਿੱਥੇ ਪਲੇਸ ਆਫ ਅਕਰੈਂਸ ਹੈਗੀ ਉਸ ਤੇ ਕਾਫੀ ਨੇੜੇ ਪਿੰਡ ਦੇ 2 ਵਸਨੀਕ ਸੀਗੇ। ਇੱਕ USA ਦੇ ਵਿੱਚ ਬੈਠਿਆ ਸੀ। ਅਸੀਂ ਵੌਇਸ ਐਨਾਲਿਸਿਸ ਤੋਂ ਕੰਪੇਅਰ ਕਰਾ ਕੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜੀ ਵੌਇਸ ਸੀਗੀ ਇਹ ਅਮਨਦੀਪ ਦੀ ਸੀਗੀ, ਜਿਸ ਵੌਇਸ ਤੋਂ ਐਕਸਟੋਰਸ਼ਨ ਹੋਈ ਸੀਗੀ। ਤੇ ਇਹਦੀ ਪਹਿਲੇ ਇੱਕ ਅਮਰੀਕ ਸਿੰਘ ਨਾਂ ਦਾ ਬੰਦਾ ਸੀਗਾ, ਭਟਿੰਡੇ ਡਿਸਟ੍ਰਿਕਟ ਦਾ ਰਿਹਾਇਸ਼ੀ, ਜਿਸ ਨੇ ਰੈਕੀ ਕੀਤੀ ਸੀ ਅਲੋਂਗ ਵਿਥ 1 ਸਾਜਨ। ਇਹ ਦੋਵੇਂ ਹਾਲੇ ਐਬਸਕੌਂਡਿੰਗ ਹੈਗੇ ਤੇ ਰੈਕੀ ਦੇ ਵਿੱਚ ਇੱਕ ਸਫਾਰੀ ਕਾਰ ਤੇ ਇੱਕ ਸਕਾਰਪੀਓ ਕਾਰ ਵਰਤੀ ਗਈ ਸੀਗੀ। ਸਫਾਰੀ ਕਾਰ ਰਿਕਵਰ ਹੋ ਗਈ ਹੈ, ਸਕਾਰਪੀਓ ਕਾਰ ਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੈ ਤੇ ਉਹ ਵੀ ਰਿਕਵਰ ਹੋ ਜਾਊਗੀ। ਟੋਟਲ 3 30 ਬੋਰ ਪਿਸਟਲਸ ਇਲੀਗਲੀ ਯੂਜ਼ ਹੋਏ ਸੀਗੇ। ਸੋ ਥੀਸ ਵੈਪਨਸ ਵਰ ਸੋਰਸਡ ਬਾਈ ਗੁਰਿੰਦਰ ਸਿੰਘ ਗਿੰਦਾ ਜਿਹੜਾ ਮਾਲੜੀ ਪਿੰਡ ਦਾ ਸੀਗਾ। ਜਿਹੜੇ ਅਕਿਊਜ਼ਡ 5 ਜਿਹੜੇ 2 ਮੋਟਰਸਾਈਕਲਾਂ ਤੇ ਆਏ ਸੀਗੇ ਉਹਨਾਂ ਦੇ ਨਾਂ ਹੈਗੇ ਖੁਸ਼ਕਰਨ ਸਿੰਘ ਏਲੀਆਸ ਫੌਜੀ, ਆਰਓ ਵਿਲੇਜ ਨੰਗਲਾ, PS ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ, ਇਹ ਗ੍ਰਿਫਤਾਰ ਹੋ ਗਿਆ ਹੈਗਾ। ਕਮਲਦੀਪ ਸਿੰਘ ਏਲੀਆਸ ਦੀਪ, ਆਰਓ ਪਿੰਡ ਬ੍ਰਾਹਮਣਾ ਦੀਵਾਨਾ, PS ਸਦਰ ਬਠਿੰਡਾ, ਇਹ ਵੀ ਗ੍ਰਿਫਤਾਰ ਹੋ ਗਿਆ ਹੈ। ਮੰਗਾ ਸਿੰਘ ਉਰਫ ਮੰਗਾ ਸਿੰਘ ਪਿੰਡ ਜੱਸੀਪੋ ਵਾਲੀ, PS ਕੋਟ ਫੱਤਾ ਡਿਸਟ੍ਰਿਕਟ ਬਠਿੰਡਾ, ਤਿੰਨੋਂ ਬਠਿੰਡਾ ਜ਼ਿਲ੍ਹੇ ਦੇ ਰਿਹਾਇਸ਼ੀ ਹੈਗੇ, ਗ੍ਰਿਫਤਾਰ ਹੋ ਗਏ ਹੈਗੇ। ਤੇ ਜਿਹੜੇ ਇਹ ਆਏ ਸੀਗੇ ਮੁਲਜ਼ਮ ਮੋਟਰਸਾਈਕਲ ਤੇ ਸਤਪਾਲ ਏਲੀਆ ਸਾਜਨ ਤੇ ਇੱਕ ਠਾਕੁਰ ਨਾਂ ਦਾ ਬੰਦਾ, ਇਹ ਦੋਵੇਂ ਐਬਸਕੌਂਡਿੰਗ ਹੈਗੇ। ਇਹ ਟੋਟਲ ਜਿਹੜੀ ਪਲੈਨਿੰਗ ਸੀਗੀ ਇੰਡੀਆ ਦੇ ਵਿੱਚ ਜਿਸ ਨੂੰ ਅੰਜਾਮ ਦਿੱਤਾ ਇਹ ਗੁਰਿੰਦਰ ਸਿੰਘ ਗਿੰਦੇ ਨੇ ਦਿੱਤੀ ਸੀ ਪਲੈਨਿੰਗ ਨੂੰ। ਇਹ ਜਿਹੜੀ ਮੋਟਰਸਾਈਕਲਾਂ ਵਰਤੀਆਂ ਗਈ ਸੀ ਇਹਦੇ ਬਾਰੇ ਵੀ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਦੀ ਡਿਸਕਲੋਜ਼ਰ ਸਟੇਟਮੈਂਟ ਤੇ ਸਾਨੂੰ ਆਸ ਹੈ ਅਸੀਂ ਛੇਤੀ ਰਿਕਵਰ ਕਰ ਲਾਂਗੇ। ये जो नकोदर में 7 नवंबर को डबल मर्डर हुआ था भूपिंदर सिंह टिमी और पंजाब पुलिस के मुलाजिम मनदीप सिंह का, उस केस को जलंधर देहाती पुलिस ने सॉल्व कर लिया है। 3 गिरफ्तारियां इस केस में करी गई हैं और जो इन्वेस्टिगेशन से प्रिलिमिनरी इन्वेस्टिगेशन से पता लगा है कि 2 एक्सटॉर्शन कॉल्स हुई थी 1 नवंबर को और 8 नवंबर को। वॉइस एनालिसिस से और इन्वेस्टिगेशन से ये पता लगा है कि अमनदीप सिंह पूरेवाल जो कि नज़दीक के गांव मालड़ी का रहने वाला है, उसने ये कॉलें करी थी और एक्सटॉर्शन की डिमांड करी थी। जब ये मसला पुलिस के संज्ञान में लाया गया तो उसको सिक्योरिटी प्रोवाइड करी गई थी। कांस्टेबल मनदीप सिंह उनके साथ वेपन के साथ डिप्लॉय किया गया था। ये एक रेकी जो ये इसने पूरेवाल ने ऑर्गेनाइज़ कराई, ये 2 लोगों ने रेकी करी थी, भटिंडे का अमरीक सिंह और साजन भटिंडे का, ये दोनों एब्सकॉन्डिंग है और इसको फैसिलिटेट सारे प्लान को गुरिंदर सिंह गिंदा, ये भी मालड़ी विलेज का है और अमनदीप का काफ़ी क्लोज एसोसिएट है, इसने अरेंज किया था। एक सफारी गाड़ी और एक स्कॉर्पियो गाड़ी रेकी में यूज़ हुई थी, जिसमें से सफारी गाड़ी रिकवर हो गई है और गिंदे ने ही वेपन्स अरेंज किए थे, इलीगल वेपन्स हैं ये। 3 30 बोर पिस्टल अरेंज करके जिन्होंने एक्चुअली क्राइम किया उनको हैंड ओवर करे थे। ये जो क्राइम करने वाले लोग थे जिन्होंने शूट आउट को अंजाम दिया था, खुशकरण सिंह एलियास फौजी, कमलदीप सिंह एलियास दीप और मंगा सिंह, ये तीनों डिस्ट्रिक्ट भटिंडा के रहने वाले हैं और इनके साथ 2 और लोग सतपाल और साजन और ठाकुर, ये भी एब्सकॉन्डिंग है। एक 30 बोर का वेपन रिकवर हुआ है और एक सफारी गाड़ी अभी रिकवर हुई है। इसमें जो देखने वाली बात है कि
इस ग्रुप का किसी भी नॉन क्रिमिनल गैंग से कोई लिंक नहीं पाया गया और एक नया ही जिसका सूत्रधार ये बैठा हुआ यूएस बैठा हुआ आदमी था। और गिनता ये तकरीबन सभी जो एक्चुअल शूटर्स हैं इनकी ये 18-19 साल की 20 साल की एज ग्रुप के हैं और ये जो हैंडलर्स थे इनकी एज ये अर्ली 30s में है, मैच्योर्ड एज ग्रुप के हैं। Jalandhar Rural Police has worked out the double murder case which took place in Nakodar on November 7th at around 8:30 p.m. With the arrest of 3 shooters involved in the case. The preliminary investigation has disclosed that extortion calls on November 1st and November 8th were made by one Amandeep Singh, who is sitting in Yuba City, California, and who's originally from village Malari, which is nearby in district Jalandhar. The key associate of Amandeep was Gurinder Singh Ginda, also resident of the same village, and these two were the masterminds of the plan, and they had engaged 5 other persons who ultimately went in 2 motorcycles for the attack on Bhupinder Singh Timmy. Before the attack, recce was conducted by 2 persons, one Amrik Singh, who is absconding, and one Sajan, he is also absconding, both resident of district Bhatinda. 1 Scorpio car and 1 Safari car were used in the recce. The Safari car has been recovered. 3 30-bore pistols illegally sourced by Ginda were handed over to this module for executing the crime. The 5 persons involved in the shootout are Khushkaran Singh alias Fauji, Kamaldeep Singh alias Deep, Manga Singh, Satpal and Thakur. Out of these 5, 3 have been arrested. Khushkaran Singh Fauji, Kamaldeep Singh Deep and Manga Singh have been arrested. The 1 30-bore pistol has been recovered. Disclosure statement has disclosed that the 2 motorcycles have been thrown in a flowing canal and they are likely to be recovered soon. And one noteworthy thing about this module is that it is not connected to any organized criminal gang, and it seems to have, they have sort of hashed the plan by at their own level, and because I think they were located very, very close to the deceased, where the deceased was living, and so I'll request for any questions. सर ये जो आपने बताया कि नया गैंग है, ये कुछ किसी के साथ संपर्क में थे या अपना प्राइवेट इन्वेस्टिगेशन में कुछ सामने आया कि अपना अभी से ये कुछ जमाना चाहते थे पंजाब में रंगदारी या टाइप इस तरह? ये नया, इसीलिए मैंने इनफैक्ट अपनी पिछली प्रेस कॉन्फ्रेंसों में भी कहा है कि लोगों को मैंने अपील करी थी कि आप खुल के सामने आएँ। आपको कॉल्स आती हैं, तकरीबन ये लोकल लोग होते हैं कि नाम ये दूसरे गैंगस्टर्स का ले लेते हैं। 90% ये जो कॉल्स हैं या फेक होती हैं या लोकल लोग होते हैं जो चाहते हैं कि चलो हम भी एक्सटॉर्शन कर लेंगे, वेरीफाई नहीं होता। गौरव जी ये ਜਿਹੜਾ ਕਿ ਬਹੁਤ ਬਾਰ-ਬਾਰ ਗੱਲ ਆ ਰਹੀ ਜਿਨ੍ਹਾਂ ਨੂੰ ਤੁਸੀਂ ਥ੍ਰੈਟ ਆਂਦੀ ਆਪਾਂ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਉਹ ਸਿਕਿਉਰਿਟੀ ਦੇ ਵਿੱਚ ਹੀ ਜਿਹੜੀ ਵਾਰਦਾਤ ਹੁੰਦੀ ਹੈ ਤੇ ਕਈ ਘਟਨਾ ਵਾਪਰੀਆਂ ਨੇ ਤੇ ਉਹ ਕਾਮਯਾਬ ਹੋਏ ਨਹੀਂ। ਜਿਸ ਤਰ੍ਹਾਂ ਇਹ ਗੈਂਗ ਹੈਗੇ ਨੇ, ਇਹ ਗੈਂਗ ਦੀ ਆਪਰੇਸ਼ਨ ਜੋ ਵੀ ਇਹਨਾਂ ਦੀ ਪਿੱਛੇ ਨਵਾਂ ਗੈਂਗ ਹੈ, ਲੇਕਿਨ ਤੁਸੀਂ ਕਿਵੇਂ ਟੈਕਲ ਕਰੋਗੇ? ਆਪਾਂ ਥ੍ਰੈਟ ਆਉਂਦੀ ਹੈ, ਅਸੀਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ, ਉਹ ਤੋਂ ਬਾਅਦ ਕਿੱਥੇ ਕੋਈ ਕਮੀ ਰਹਿੰਦੀ ਜਿੱਥੇ ਕਰਕੇ ਉਹ ਨਾ ਵਾਰਦਾਤ ਕਰ ਦਿੰਦੇ ਜਾਂ ਆਪਾਂ ਕੁਝ ਟਰੈਕ ਕਰਨ ਚ ਆਪਾਂ नहीं, ਤੁਹਾਡੀ ਗੱਲ ठीक है जी। मैं इस ते क्लैरीफाई करदा बाजवा जी कि देखो सब तो पहले तो इस केस इस पर्टिकुलर केस की गल करो तो बहुत बहादरी ते हिम्मत नाल उसने मुकाबला किया। रैदर इन्होंने मैं दसांगा, SSP साहब को रिक्वेस्ट करांगा होर डिटेल्स दसणगे कि इन्होंने स्पैसीफिक इंस्ट्रक्शंस थी कि पुलिस नाल होवे तो पुलिस ते गोली नहीं चलानी है क्योंकि फिर पंगा वध जान जाए। पर ਇਹ ਜਿਹੜੇ मुलजिम है इन्होंने कहा कि भी चूंकि साडे ते गोलियां चल रही सी, सानू साडे कोल कोई ऑप्शन नहीं सी। तो इन दिस पर्टिकुलर केस एक बहुत डट के मुकाबला किया गया तो सर्टेन अदर, मैं जनरलाइज नहीं कर रहा, किते किते पुलिस देयर हैव बीन पुलिस हैज़ नॉट बीन अप टू द मार्क। कई केसां च काफ़ी अच्छा एक्शन होया। असी ओवरऑल मैं बहुत ज़्यादा क्योंकि सिक्योरिटी नहीं जी नहीं मैनू गल बाजवा जी मैं असी ये ना बेसिकली जेडे देखो ये 2 तरीके है। एक तो प्रोएक्टिव पुलिसिंग नाल ਜਿਹੜੀਆਂ ਟਾਈਮ ਹੈ ਜਦੋਂ ਇਹ ਗੱਲ ਸ਼ੁਰੂ ਹੁੰਦੀ ਹੈ, ਜਦੋਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਹੈ, ਲੋਕਾਂ ਤੋਂ ਸਾਨੂੰ ਰਿਪੋਰਟਿੰਗ ਹੁੰਦੀ ਕਾਲਾਂ ਦੀ, ਉਸ ਤੋਂ ਬਾਅਦ ਇਹਨੂੰ ਟੈਕਨੀਕਲ ਤੌਰ ਤੇ ਇਨਵੈਸਟੀਗੇਟ ਕਰਕੇ ਕਿ ਕਾਲਾਂ ਜਿਹੜੀਆਂ ਟਰੇਸ ਕਰਨੀ ਚਾਹੀਦੀ। ਅਸੀਂ ਕਈ ਗੈਂਗਸ ਇੱਦਾਂ ਦੇ, ਤੁਹਾਨੂੰ ਯਾਦ ਹੈ ਅੰਮ੍ਰਿਤਸਰ ਦੇ ਵਿੱਚ ਕੁਝ ਡਾਕਟਰ ਸੀਗੇ, ਉਹਨਾਂ ਨੂੰ ਐਕਸਟੋਰਸ਼ਨ ਕਾਲਸ ਆ ਰਹੀ ਸੀ, ਅਸੀਂ ਟਰੇਸ ਕੀਤਾ ਤੇ ਉਹ ਬਿਹਾਰ ਤੋਂ ਕਾਲਾਂ ਆ ਰਹੀ ਸੀ। ਮੈਂ ਐਗਜ਼ਾਮਪਲ ਦੇ ਰਿਹਾ। ਸੋ ਦਾ ਥਿੰਗ ਇਜ਼ ਕਿ ਇਹਨਾਂ ਨੂੰ, ਤੁਹਾਡੀ ਗੱਲ ਠੀਕ ਹੈ ਕਿ ਅਸੀਂ ਹਰ ਬੰਦੇ ਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ ਹੈ। ਇਸ ਨੂੰ ਟਰੇਸ, ਹਰ ਜਿਹੜਾ ਕੇਸ ਰਿਪੋਰਟ ਹੋਵੇ ਉਹ ਟਰੇਸ ਕੀਤਾ ਜਾਵੇ, ਬੰਦੇ ਫੜੇ ਜਾਣ, ਸੋ ਦੈਟ ਡੈਟਰੈਂਸ ਇਜ਼ ਦੇਅਰ कि ਇਹ ਜਿਹੜੇ ਕਾਲ ਕਰਨਗੇ ਉਹਨਾਂ ਦੀ ਖੈਰ ਨਹੀਂ। ਦੇ ਵਿਲ ਬੀ ਡੈਲਟ ਸਟ੍ਰਿਕਟਲੀ ਐਸ ਪਰ ਲਾਅ।
ਸਰ ਡੀਜੀ ਸਾਹਿਬ ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦੋਨਾਂ ਦਾ ਪਿੰਡ ਸੇਮ ਸੀਗਾ, ਇਹ ਕਿਹੜਾ ਪਿੰਡ ਸੀ ਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਉੱਥੇ ਯੂਐਸਏ 'ਚ ਕੋਈ ਗੱਲ ਹੁੰਦੀ ਹੈ ਜੀ ਇਹਨਾਂ ਦੀ ਆਪਸ ਦੇ ਵਿੱਚ? ਨਹੀਂ, ਪਿੰਡ ਸੇਮ ਨਹੀਂ ਸੀਗਾ, ਨੇੜੇ ਦੇ ਪਿੰਡ ਦਾ ਸੀ। ਮਤਲਬ ਇਹ ਜਿਹੜੀ ਹਾਲੇ ਇਨਵੈਸਟੀਗੇਸ਼ਨ, ਕਿਉਂਕਿ ਉਹ ਨਕੋਦਰ 'ਚ ਸੀਗੇ ਜਿਹੜੇ ਡਿਸੀਜ਼ਡ ਟਿਮੀ ਜੀ ਸੀਗੇ, ਤੇ ਇਹਨਾਂ ਦਾ ਪਿੰਡ ਨਕੋਦਰ ਦੇ ਨੇੜੇ। ਹਾਂ, ਤੁਸੀਂ ਬੋਲੋ। ਇਹ ਜਿਹੜੇ ਨਕੋਦਰ ਪਿੰਡ ਜਿਹੜਾ ਮਾਲੜੀ ਜਿਹੜਾ ਹੈਗਾ, ਇਹ ਮਾਲੜੀ ਪਿੰਡ ਇੱਕ ਬੜਾ ਵੱਡਾ ਗੁਰਦੁਆਰਾ ਸਾਹਿਬ ਹੈਗਾ, ਉੱਥੇ ਟਿੰਮੀ ਜਿਹੜਾ ਹੈਗਾ ਰੈਗੂਲਰਲੀ ਉੱਥੇ ਜਾਂਦਾ ਸੀਗਾ। ਇਹਦੇ ਕੋਲ ਗੱਡੀਆਂ ਵੀ 2-3 ਸੀਗੀਆਂ ਤੇ ਉਹਨੇ ਟੈਗ ਕੀਤਾ, ਹਰ ਗੱਡੀ ਦਾ ਨੰਬਰ 25 ਨੰਬਰ ਗੱਡੀ ਯੂਜ਼ ਕਰਦਾ ਸੀਗਾ। ਤੇ ਉਹਨੂੰ ਲੱਗਾ ਕਿ ਇਹ ਸਾਮੀ ਵੱਡੀ ਹੋ ਸਕਦੀ ਹੈ, ਕਦੀ ਸਥਾਨ ਤੇ ਆਉਂਦਾ ਸੀ, ਕਦੀ ਆਪਣੀ ਪੁਰਾਣੀ ਮਰਸੀਡੀ ਸੀ ਇਹਦੇ ਕੋਲ, ਤੇ ਉਹ 25 ਕਰਕੇ ਉਹਨਾਂ ਨੇ ਇਹਨੂੰ ਟਾਰਗੇਟ ਬਣਾ ਲਿਆ। ਇਸ ਵਾਸ ਦ ਰੀਜ਼ਨ। ਕਈ ਕੇਸਿਸ ਇਸ ਤਰ੍ਹਾਂ ਦੇ ਦੇਖੇ ਗਏ ਨੇ ਕਿ ਵੱਡੇ ਜਿਹੜੇ ਕਾਰੋਬਾਰੀ ਨੇ, ਰਸੂਖਦਾਰ ਨੇ ਜਾਂ ਫਿਰ ਵੱਡੇ ਜਿਹੜੇ ਹੈਗੇ, ਉਹਨਾਂ ਨੂੰ ਇਸ ਤਰ੍ਹਾਂ ਦੀ ਕਾਲ, ਜਿਹੜੀ ਥ੍ਰੈਟ ਕਾਲਸ ਆਉਂਦੀ। ਹਾਲਾਂਕਿ ਤੁਸੀਂ ਵੀ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਚੀਜ਼ਾਂ ਆਏ ਜਾਂ ਫਿਰ ਕਾਲਸ ਆਏ ਜਾਂ ਫਿਰ ਵਿਦੇਸ਼ੀ ਨੰਬਰਾਂ ਤੋਂ ਕਾਲਸ ਆਏ, ਉਹਨਾਂ ਨੂੰ ਤੁਸੀਂ ਜਲਦ ਤੋਂ ਜਲਦ ਕਰਾਓ। ਲੇਕਿਨ ਇਹ ਕਈ ਵਾਰ ਹੁੰਦਾ ਹੈ ਕਿ ਲੋਕੀ ਕਈ ਵਾਰ ਡਰ ਕੇ ਨਹੀਂ ਦੱਸਦੇ, ਜਾਂ ਇਸ ਤਰ੍ਹਾਂ ਦਾ ਜਿਹੜੇ ਕੋਈ ਹੋ ਰਹੇ ਲਾਅ ਐਂਡ ਆਰਡਰ ਜਿਹੜਾ ਹੈਗਾ ਸਿਚੁਏਸ਼ਨ ਜਿਹੜੀ ਪੰਜਾਬ 'ਚ ਚੱਲ ਰਹੀ ਹੈ, ਯੂ ਨੋ ਬੈਟਰ, ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਜ਼ਰੂਰ ਜਿਹੜਾ ਅਸਰ ਦੇਖਣ ਨੂੰ ਮਿਲਦਾ। ਨਹੀਂ, ਦੇਖੋ ਅਸੀਂ ਮੈਂ ਕਹਿੰਦਾ ਅਪੀਲ ਕਰਦਾ ਵੀ ਲੋਕਾਂ ਦੇ ਨਾਲ ਅਸੀਂ ਮਿਲ ਕੇ ਇਸ ਮਾਹੌਲ ਨੂੰ ਸੁਖਾਵਾਂ ਬਣਾਵਾਂਗੇ ਕਿ ਪੀਪਲ ਸ਼ੁੱਡ ਹੈਵ ਦਾ ਕੌਨਫੀਡੈਂਸ ਟੂ ਕਮ ਐਂਡ ਰਿਪੋਰਟ ਟੂ ਦਾ ਪੁਲਿਸ। ਹਰ ਕੇਸ ਦੇ ਵਿੱਚ ਅਸੀਂ ਐਕਸ਼ਨ ਲਾਂਗੇ ਤੇ ਜਿਹੜਾ ਬੰਦਾ ਵੀ ਕਾਲ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਗੌਰਵਿੰਦ, ਤੁਸੀਂ ਬਹੁਤ ਰਿਕਵਰੀਆਂ ਕਰ ਰਹੇ ਹੋ, ਰਿਵਾਲਵਰ ਤੇ ਪਿਸਟਲ ਰਿਕਵਰ ਕਾਫੀ ਕਰ ਰਹੇ ਹੋ, ਰੂਟੀਨ 'ਚ ਕਰਦੇ ਵੀ ਆ ਰਹੇ ਹੋ। ਇਹ ਕੀ ਕਾਰਨ ਹੈ ਕਿ ਜਿਹੜਾ ਇਹਨਾਂ ਨੂੰ ਈਜ਼ੀ ਅਪਰੋਚ ਹੋ ਰਹੀ ਹੈ, ਜਿਹੜੇ ਇਲੀਗਲ ਵੈਪਨ ਦੇ ਕੋਲ ਜਾਣਾ? ਕਿਹੜੀ ਮਾਰਕੀਟ ਇਦਾਂ ਦੀ ਹੈ ਕਿ ਜਿਹਨੂੰ ਜੇ ਨਵੇਂ ਗੈਂਗ ਹੈ ਇਨੋਕਲ ਵੈਪਨ ਵੀ ਜਾਂ ਜਿਹੜੇ ਕੋਈ ਵੀ ਆਂਦਾ ਈਜ਼ੀ ਵੈਪਨ ਤੋਂ ਰੀਚ ਹੈਗੀ ਨਾ, ਕਿਉਂ ਕਿੱਦਾਂ ਹੋ ਰਿਹਾ? ਦੇਖੋ ਜੀ, ਬੇਸਿਕਲੀ ਦੋ ਰੀਜ਼ਨਸ ਹੈਗੇ। ਇੱਕ ਤੇ ਜਿਵੇਂ ਅਸੀਂ ਗੱਲ ਕਰੀਏ 2019 ਦੇ ਵਿੱਚ ਜਦੋਂ ਡਰੋਨਸ ਸ਼ੁਰੂ ਹੋਏ ਸੀਗੇ, ਵੀ 3-4 ਦਿਨਾਂ 'ਚ 5 ਦਿਨਾਂ ਬਾਅਦ ਇੱਕ ਡਰੋਨ ਆਂਦਾ ਸੀ। ਹੁਣ ਤਕਰੀਬਨ ਹਰ ਦਿਨ ਇੱਕ ਡਰੋਨ ਆਂਦਾ। ਇਸ ਸਾਲ ਹੀ 250 ਤੋਂ ਵੱਧ ਡਰੋਨ ਕ੍ਰਾਸਿੰਗਸ ਹੋ ਗਈਆਂ। ਇੱਕ ਪਾਕਿਸਤਾਨ ਤੋਂ ਜਿਹੜੇ ਵੈਪਨਸ ਆਂਦੇ ਨਾਰਮਲੀ ਦੇ ਗੋ ਟੂ ਟੈਰਰਿਸਟ ਜਾਂ ਜਿਹੜੇ ਗੈਂਗਸਟਰਸ ਹੈਗੇ ਜਿਹੜੇ ਟੈਰਰਿਜ਼ਮ ਦੇ ਵਿੱਚ ਹੈਗੇ, ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਹੈ। ਮੋਸਟਲੀ ਮੱਧ ਪ੍ਰਦੇਸ਼ ਹੈਜ਼ ਬੀਨ ਅ ਬਿਗ ਸੈਂਟਰ। ਅਸੀਂ 80 ਵੈਪਨ ਰਿਕਵਰ ਕੀਤੇ, ਕਿਤੇ 60 ਵੈਪਨ ਰਿਕਵਰ ਕੀਤੇ। ਤੇ ਇਲੀਗਲ ਵੈਪਨ ਜਿਹੜੇ ਇੰਡੀਆ ਦੇ ਵਿੱਚ ਬਣ ਰਹੇ ਉਹ ਵੀ ਯੂਜ਼ ਹੁੰਦੇ ਆ। ਈਵਨ ਲਾਇਸੈਂਸਡ ਵੈਪਨਸ ਆਰ। ਸਰ ਤਰਨਤਾਰਨ ਦਾ ਜਿਹੜਾ ਗੱਲ ਕਰਦੇ ਸਰ, ਤਰਨਤਾਰਨ ਹਮਲੇ ਸਰ ਉਹਦੇ 'ਚ ਕੋਈ ਡਿਵੈਲਪਮੈਂਟ ਹੋਈ? ਤਰਨਤਾਰਨ ਦੇ ਸਰਹਾਲੀ ਥਾਣੇ 'ਤੇ ਡਿਵੈਲਪਮੈਂਟ ਕਿਸੇ ਤਰ੍ਹਾਂ ਦੀ ਕੋਈ ਜਿਹੜਾ How many arrested and who is the mastermind? In this, there have been 3 arrests: Khushkaran, Kamaldeep and Manga. The mastermind is Pure Amandeep. RPG attack ਦੇ ਵਿੱਚ ਦੇਖੋ ਜੀ, RPG attack ਦੇ ਵਿੱਚ I would ਮਤਲਬ ਤੁਹਾਨੂੰ ਨਾ ਛੇਤੀ ਮਿਲਣ ਦਾ ਮੌਕਾ ਮਿਲੂਗਾ। ਸੋ ਉਸ ਤੇ ਵੱਖਰੀ ਪ੍ਰੈਸ ਕਾਨਫਰੰਸ ਕਰਾਂਗੇ ਜੀ। ਅਜੇ ਤੱਕ ਸਰ ਕੀ ਡਿਵੈਲਪਮੈਂਟ ਹੈ ਉਹਦੇ ਵਿੱਚ? ਦੇਖੋ ਬਹੁਤ ਅਚੀਵਮੈਂਟ ਹੈ, ਤੁਸੀਂ ਬੜੇ ਦਿਨਾਂ 'ਚ ਫੜਦੇ ਹੋ, ਪਰ ਲੇਕਿਨ ਇਹਨਾਂ ਸਭ ਚਾਹੁੰਦੇ ਨੇ ਕਿ ਨਹੀਂ, ਮੈਂ ਬੇਨਤੀ ਕਰਦਾ ਨਹੀਂ, ਮੈਂ ਇਹਨਾਂ ਦਾ ਆਰਪੀਜੀ ਦੇ ਟੈਸਟ ਜਿਹੜਾ ਹੋਇਆ ਹੈ, ਆਰਪੀਜੀ ਅਟੈਕ ਜਿਹੜਾ ਤੁਸੀਂ ਇਹਨੂੰ ਜਿਹੜੇ ਬੰਦੇ ਸੁਖਬੀਰ ਜੀ, ਕਿਹੜਾ ਹੈਗਾ? ਮੈਂ ਦੱਸਦਾ। ਦੇਖੋ ਜੀ, ਦੇਖੋ ਮੇਰੀ ਜਿਹੜੀ ਸਰਹਾਲੀ ਆਰਪੀਜੀ ਹੈਗੀ ਨੇ। ਮੈਨੂੰ ਬੋਲਣ ਦਿਓ ਸੁਖਬੀਰ ਜੀ। ਦੇਖੋ ਜੀ, ਮੈਂ ਦੁਬਾਰਾ ਤੁਹਾਨੂੰ ਲੈ ਕੇ ਜਾਵਾਂਗਾ। ਜਿਹੜੀ ਮੇਰੀ ਸਰਹਾਲੀ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਮੈਂ 2 ਗੱਲਾਂ ਕਹੀਆਂ ਸੀ। ਅਸੀਂ ਜਿਵੇਂ ਨਾ ਸਾਡੇ ਜਿਵੇਂ ਐਕਰੋਨਿਮਸ ਹੁੰਦੇ ਆ, ਮੈਂ 2 ਐਕਰੋਨਿਮ ਯੂਜ਼ ਕੀਤੇ ਸੀ ਵੀ PIO ਐਂਡ PKEs। PIO ਹੁੰਦੇ ਜੀ ਪਾਕਿਸਤਾਨ ਇੰਟੈਲੀਜੈਂਸ ਆਫਸਰ ਨੂੰ ਅਸੀਂ PIO ਕਹਿੰਦੇ ਆ। ਜਿਹੜੇ ਪਾਕਿਸਤਾਨ 'ਚ ਬਹਿ ਕੇ ਜਿਹੜੇ ਹੈਗੇ ਅੱਗੇ ਕੰਟਰੋਲ ਕਰਦੇ ਆ, ਜਿਹੜੇ ਮੋਡਿਊਲ ਯੂਰਪ 'ਚ ਨਾਰਥ ਅਮਰੀਕਾ 'ਚ ਬੈਠੇ, ਉਹਨਾਂ ਨੂੰ ਅਸੀਂ PKE ਕਹਿੰਦੇ ਆ, ਪ੍ਰੋ ਖਾਲਿਸਤਾਨੀ ਐਲੀਮੈਂਟਸ। ਸੋ ਪ੍ਰੋ ਖਾਲਿਸਤਾਨੀ ਐਲੀਮੈਂਟਸ ਉਹ ਆਪਾਂ ਹੈਂਡਲਰ ਕਹਿ ਦਿੰਦੇ ਕਾਮਨ ਟਰਮੀਨੋਲੋਜੀ 'ਚ, ਵੀ ਉਹਨਾਂ ਨੂੰ ਆਰਡਰ ਆਉਂਦਾ ਪਾਕਿਸਤਾਨ ਤੋਂ। ਉਹ ਉਰੇ ਜਿਹੜੇ ਮੋਡਿਊਲ ਆਪਰੇਟਰਸ ਜਿਹੜੇ ਇੱਥੇ ਹੈਗੇ, ਯੰਗ ਪੀਪਲ ਮਿਸਗਾਈਡਡ ਜਾਂ ਇਹਨਾਂ ਨੂੰ ਪੈਸਿਆਂ ਦਾ ਪ੍ਰਲੋਭਨ ਦੇ ਕੇ ਉਹਨਾਂ ਤੋਂ ਇਹ ਆਪਰੇਸ਼ਨ ਕਰਾਉਂਦੇ ਆ। ਜਿਹੜਾ ਹਾਰਡਵੇਅਰ ਹੈਗਾ ਉਹ ਇੰਟਰਨੈਸ਼ਨਲ ਬਾਰਡਰ ਤੋਂ ਆ ਜਾਂਦਾ ਤੇ ਉਸ ਤੇ ਸਾਡੀ ਕਾਫੀ ਪ੍ਰੋਗਰੈਸ ਹੋਈ ਹੈ, ਬਟ ਇਨਵੈਸਟੀਗੇਸ਼ਨ ਐਡਵਾਂਸ ਸਟੇਜ ਤੇ। ਸੋ ਛੇਤੀ ਅਸੀਂ ਤੁਹਾਡੇ ਨਾਲ ਰਾਬਤਾ ਕਰਾਂਗੇ। And is the mastermind identified? Who is the mastermind behind this? Either Pakistan or in Canada? Mastermind is identified, but I cannot speak on that because anything that compromises national security, मैं उस ते गल नहीं करांगा। ਆਰਪੀਜੀ ਸਾਰੇ ਦੇਖੋ, ਇਹ ਉਹਨਾਂ ਟਾਰਗੇਟ ਦੇਖੋ ਚੁਣਿਆ ਕਿਉਂ? ਕਿਉਂਕਿ ਦੇਖੋ ਕਿੱਥੇ ਪਹਿਲਾਂ ਮੋਹਾਲੀ, ਫਿਰ ਤੁਸੀਂ ਤਰਨਤਾਰਨ ਚਲੇ ਗਏ, ਫਿਰ ਬਾਰ-ਬਾਰ ਆ ਰਹੀ ਆਰਪੀਜੀ, ਕਿਉਂਕਿ ਵਨ ਟਾਈਮ ਤੁਸੀਂ ਯੂਜ਼ ਤੋਂ ਪੜਦੇ ਪਿਆ ਸੋਸ਼ਲ ਮੀਡੀਆ ਤੇ, ਵਨ ਟਾਈਮ ਯੂਜ਼ ਹੁੰਦਾ। ਸਰ ਕੌਣ ਇਹ ਕਿੱਦਾਂ ਦੇ ਵੈਪਨ? ਉਹ 3 ਨੇ 4 ਹੈ, ਕਿਉਂਕਿ ਪਹਿਲਾਂ ਕਿਹਾ ਸੀ 4-5 ਅਵੇਲੇਬਲ ਨੇ ਜੋ ਆ ਚੁੱਕੇ ਨੇ, ਹੁਣ ਚ ਯੂਜ਼ ਹੋ ਗਿਆ 2 ਹੋ ਗਏ। ਸਰ ਇਦਾਂ ਦੇ ਹੋਰ ਵੀ ਜਿਹੜੇ ਪੱਕੇ ਹੈਗੇ ਨੇ ਕਿ ਬਾਕੀ 4 ਨੇ 5 ਨੇ ਜਾਂ ਕੁਝ? ਸਰ ਗਵਰਨਮੈਂਟ ਦੀ ਬਿਲਡਿੰਗਾਂ ਨੂੰ ਇਸਤੇਮਾਲ ਕਰਦੇ। ਦੇਖੋ ਜੀ, ਮੈਂ ਤੇ ਕਿਹਾ ਸੀਗਾ ਵੀ ਬੁਜ਼ਦਿਲੀ ਹੈਗੀ, ਤੁਸੀਂ ਅੱਧੀ ਰਾਤ ਨੂੰ ਲੁੱਕ ਕੇ
ਲੁੱਕੇ ਕਿਤੇ ਆਰਪੀਜੀ ਸਾਹਮਣੇ ਤੇ ਆਓ ਨਾ ਜੀ। ਸਰ ਇੱਕ ਮੋਗਾ ਤੋਂ ਸੀਸੀਟੀਵੀ ਆ ਰਹੀ ਹੈ ਸਾਹਮਣੇ, ਉੱਤੇ ਇੱਕ ਵਪਾਰੀ ਨੂੰ ਸਿਕਿਉਰਿਟੀ ਦਿੱਤੀ ਜਾਂਦੀ ਹੈ, ਐਕਸਟੋਰਸ਼ਨ ਮੰਗੀ ਜਾਂਦੀ ਹੈ ਉਹ ਤੋਂ। ਉਸ ਤੋਂ ਬਾਅਦ ਉਹ ਸੀਸੀਟੀਵੀ ਦੇ ਵਿੱਚ ਬਲੈਰੋ ਗੱਡੀ ਪੁਲਿਸ ਦੀ ਖੜੀ ਹੈ, ਇੱਕ ਸਿਕਿਉਰਿਟੀ ਗਾਰਡ ਵੀ ਗਨਮੈਨ ਵੀ ਖੜਾ ਹੈਗਾ, ਪਰ ਸ਼ੂਟਰ ਆਉਂਦੇ ਨੇ, ਨਾਲੇ ਉਹ ਖੜਾ ਸਿਕਿਉਰਿਟੀ ਗਾਰਡ, ਪਰ ਉਹ ਸ਼ੂਟਰ ਆਉਂਦੇ ਨੇ ਤੇ ਫਾਇਰ ਕਰਕੇ ਕੋਠੀ ਦੇ ਉੱਪਰ ਉਹ ਚਲੇ ਜਾਂਦੇ ਨੇ ਤੇ ਕੋਈ ਵੀ ਐਫਰਟ ਨਹੀਂ ਲਈ ਜਾਂਦੀ। ਤਾਂ ਤੁਹਾਨੂੰ ਕੀ ਲੱਗਦਾ ਪ੍ਰੋਐਕਟਿਵ ਨਹੀਂ ਹੋਣਾ ਚਾਹੀਦਾ ਜਿਸ ਹਿਸਾਬ ਨਾਲ ਇਹਨੇ ਮੋਡਰੇਟਰ? ਨਹੀਂ ਬਿਲਕੁਲ ਠੀਕ ਹੈ ਜੀ, ਸਾਨੂੰ ਪ੍ਰੋਐਕਟਿਵ ਸਾਡੀ ਆਹੀ ਕੋਸ਼ਿਸ਼ ਹੈ ਰੈਦਰ ਨਾ ਜੀ, ਅਸੀਂ ਇਹਨਾਂ ਨੋ ਜੀ ਦੇਖੋ ਜੀ ਗਨਮੈਨ ਨੇ ਕੋਈ ਇਹ ਨਹੀਂ ਕੀਤਾ ਕਿ ਕੁਝ ਦੇਖ ਕੇ ਕੋਈ ਭੱਜੇ ਜਾਂ ਕੋਈ ਹਵਾਈ ਫਾਇਰਿੰਗ ਕਰਦੇ, ਕੁਝ ਨਹੀਂ, ਔਰ ਨਾਰਮਲ ਖੜਾ ਹੈ ਤੇ ਉਵੇਂ ਹੀ ਫਾਇਰ ਮਾਰ ਕੇ ਚਲੇ ਗਿਆ। ਕਾਰਵਾਈ ਨਹੀਂ ਹੋਈ ਪਈ। ਦੇਖੋ ਜੀ ਸਿਕਿਉਰਿਟੀ ਮੈਟਰਸ ਨੂੰ ਅਸੀਂ ਪਬਲਿਸਾਈਜ਼ ਨਹੀਂ ਕਰਦੇ, ਅਦਰਵਾਈਜ਼ ਅਸੀਂ ਬਹੁਤ ਵੱਡੀ ਐਕਸਰਸਾਈਜ਼ ਕੀਤੀ ਹੈ ਪਿਛਲੇ 2 ਮਹੀਨਿਆਂ ਦੇ ਵਿੱਚ ਕਿ ਅਸੀਂ ਇੱਕ ਤੇ ਜਿਹੜੇ ਸਿਕਿਉਰਿਟੀ ਡਿਊਟੀ ਤੇ ਮੁਲਾਜ਼ਮ ਸਾਡੇ ਲੱਗੇ ਹੈ ਇਹਨਾਂ ਦੀ ਏਜ ਪ੍ਰੋਫਾਈਲ ਘਟਾਉਣ ਲਈ ਅਸੀਂ ਜਿਹੜੀ ਯੰਗਰ ਸਾਡੀ ਫੋਰਸ ਹੈਗੀ ਅਸੀਂ ਰੋਟੇਸ਼ਨ ਕਾਫੀ ਕੀਤੀ ਹੈ। ਸੈਕੰਡਲੀ ਅਸੀਂ ਸਾਰਿਆਂ ਦੀ 100% ਦੀ ਫਾਇਰਿੰਗ ਕਰਾ ਰਹੇ ਹੈਗੇ, ਫਾਇਰਿੰਗ ਪ੍ਰੈਕਟਿਸ ਕਰਾ ਰਹੇ ਹੈਗੇ, ਇਹਨਾਂ ਦੇ ਵੈਪਨਸ ਦੀ ਇਨਸਪੈਕਸ਼ਨ ਕਰਾ ਕੇ ਵੈਪਨਸ ਅਸੀਂ ਰਿਪਲੇਸ ਕਰ ਰਹੇ ਹੈਗੇ ਤੇ ਕਾਫੀ ਇੰਪਰੂਵਮੈਂਟ ਹੋਈ ਹੈਗੀ ਤੇ ਜਿੱਥੇ ਵੀ ਸਾਨੂੰ ਵੀਕਨੈਸ ਲੱਗਦੀ ਅਸੀਂ ਕਾਰਵਾਈ ਕਰਾਂਗੇ। ਦੇਖੋ ਜਿੱਥੇ ਹੁਣ ਦੇਖੋ ਚੰਗਾ ਕੰਮ ਮਨਦੀਪ ਨੇ ਚੰਗਾ ਕੰਮ ਕੀਤਾ, ਬਹੁਤ ਦਿਲੇਰੀ ਨਾਲ ਇਹਨੇ ਮੁਕਾਬਲਾ ਕੀਤਾ। ਫੜਿਆ ਗਿਆ ਕੀ ਸਟੇਟਸ ਹੈ ਉਸਦਾ ਕਿ ਨੋ ਕਮੈਂਟਸ ਔਨ ਗੋਲਡੀ ਬਰਾੜ। ਸਰ ਪੁਲਿਸ ਚੌਕੀ ਪੁਲਿਸ ਸਟੇਸ਼ਨ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੋੜਫੋੜ ਹੋਈ ਹੈ ਕੁਰਸੀਆਂ ਦੀ, ਔਰ ਅੱਜ ਕੁਝ ਉੱਥੇ ਅੰਮ੍ਰਿਤਪਾਲ ਇਸ਼ੂ ਜਿਹੜਾ ਹੈਗਾ ਸਰ, ਅੰਮ੍ਰਿਤਪਾਲ ਇਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ? ਕਿਉਂਕਿ ਹੁਣ ਜਿਹੜਾ ਗੁਰਦੁਆਰੇ ਸਾਹਿਬ 'ਚ ਜਿਹੜੀ ਵੀ ਚੀਜ਼ਾਂ ਹੋਈਆਂ ਤਾਂ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ? ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਕੰਪਲੇਂਟਸ ਵੀ ਹੋਈ ਹੈ ਕਿ ਗੁਰਦੁਆਰੇ ਸਾਹਿਬ 'ਚ ਜਿਹੜੀ ਵੀ ਬੈਂਚਿਸ ਨੇ, ਜਿਹੜੀ ਕੁਰਸੀਆਂ ਨੇ, ਉਹਨਾਂ ਨੂੰ ਜਲਾ ਕੇ। ਦੇਖੋ ਜੀ ਮੈਂ ਪਹਿਲੇ ਵੀ ਮੇਰਾ ਇਹੀ ਬੜਾ ਕਲੀਅਰ ਵਿਊ ਸੀ ਕਿ ਮੈਂ ਮਾਈਕਰੋ ਪੋਲਿਸਿੰਗ ਨਹੀਂ ਕਰਨੀ ਸਾਡੇ ਵੱਲੋਂ। ਯਾਰ ਬੋਲਣ ਤੇ ਦੋ ਨਾ ਜੀ, ਬਾਜਵਾ ਸਾਹਿਬ ਬੋਲਣ ਦੋ ਨਾ ਜੀ। ਮਾਈਕਰੋ ਪੁਲਿਸਿੰਗ ਨਹੀਂ ਕਰਨੀ ਕਿ ਜੇ ਹੁਣ ਮਤਲਬ ਸਾਡੇ ਇੱਕ ਪੁਰਾਣੇ ਡੀਜੀਪੀ ਸਾਹਿਬ ਸੀ ਕਹਿੰਦੇ ਵੀ ਪੰਜਾਬ 'ਚ 400 ਥਾਣੇ ਹੈਗੇ ਤੇ ਮੈਂ 400 ਥਾਣਿਆਂ ਦਾ ਐਸਐਚਓ ਹੈਗਾ। ਸੋ ਸਾਡੇ ਵੱਲੋਂ ਪਾਲਿਸੀ ਡਾਇਰੈਕਸ਼ਨਸ ਆਰ ਵੈਰੀ ਕਲੀਅਰ ਕਿ ਜਿੱਥੇ ਲਾਅ ਦੀ ਵਾਇਲੇਸ਼ਨ ਹੁੰਦੀ ਹੈ ਉੱਥੇ ਐਪਰੋਪ੍ਰੀਏਟ ਐਕਸ਼ਨ ਕਿਹਾ ਜਾਵੇ। ਹੁਣ ਇਸ ਕੇਸ ਦੇ ਵਿੱਚ ਜੇ ਸੀਪੀ ਜਲੰਧਰ ਨੂੰ ਐਪਲੀਕੇਸ਼ਨ ਦਿੱਤੀ ਗਈ ਹੈਗੀ, ਸੀਪੀ ਜਲੰਧਰ ਵਿਲ ਟੇਕ ਐਪਰੋਪ੍ਰੀਏਟ ਲੀਗਲ ਐਕਸ਼ਨ। ਅੱਜ ਵੀ ਇੱਕ ਇਨਸੀਡੈਂਟ ਹੋਇਆ ਹੈ, ਉਹਦੇ ਤੇ ਵੀ ਵਾਟ ਐਵਰ ਐਕਸ਼ਨ ਇਜ਼ ਮੇਡ ਆਊਟ ਐਸ ਪਰ ਲਾਅ ਵਿਲ। ਦੇਖੋ ਅਸੀਂ ਕਿਸੇ ਦੇ ਅਗੇਂਸਟ ਨਹੀਂ ਹੈਗੇ, ਅਸੀਂ ਕਿਸੇ ਦੇ ਫੇਵਰ 'ਚ ਨਹੀਂ ਹੈਗੇ, ਸਾਡਾ ਕੰਮ ਹੈਗਾ ਲਾਅ ਨੂੰ ਐਨਫੋਰਸ ਕਰਨਾ। ਸਰ ਤੁਸੀਂ ਬੜਾ ਕਲੀਅਰ ਕਿਹਾ ਹੈ ਕਿ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੇਨਟੇਨ ਕੀਤਾ ਜਾਏਗਾ। ਜੇ ਵੀ ਲਾਅ ਐਂਡ ਆਰਡਰ ਕੋਈ ਬ੍ਰੇਕ ਕਰਦਾ ਹੈ ਉਹਦੇ ਖਿਲਾਫ ਐਸ ਪਰ ਲਾਅ ਵੀ ਵਿਲ ਟੇਕ ਐਕਸ਼ਨ। ਸਰ ਆਰਪੀਜੀ ਅਟੈਕ ਤੋਂ ਲੱਗਦਾ ਕਿ ਰਿੰਦਾ ਦੇ ਐਗਜ਼ਿਸਟੈਂਸ ਦਿਖਾਉਣ ਦੇ ਲਈ ਜਾਂ ਕੁਝ ਐਦਾਂ ਕੋਈ ਲੰਡਾ ਰੀਜੇ ਦਾ ਇਹਨਾਂ ਦਾ ਕੋਈ ਮੋਡਿਊਲ ਦਾ ਇਨਵੋਲਵਮੈਂਟ ਹੈ ਜੋ ਕਾਰਨ ਧਾਰਨ ਹੋਇਆ? ਦੇਖੋ ਜੀ ਇਹ ਸਾਰੇ ਰਿੰਦਾ ਬਾਰੇ ਕੋਈ ਸਾਨੂੰ ਆਥੈਂਟਿਕ ਇਨਪੁਟ ਨਹੀਂ ਆਈ ਸੀ। ਮੀਡੀਆ ਦੇ ਵਿੱਚ ਵੀ ਮੈਂ ਇਹੀ ਗੱਲ ਕਹੀ ਸੀ ਕਿ ਮੀਡੀਆ ਦੀ ਰਿਪੋਰਟਾਂ ਹੀ ਕਾਫੀ ਸੀਗੀਆਂ, ਬਟ ਵੀ ਡੋਂਟ ਹੈਵ ਐਨੀ ਆਫੀਸ਼ੀਅਲ ਕਨਫਰਮੇਸ਼ਨ। बीजेपी साहब एक जो पंजाब के जो थाने हैं वो बाहर करते हैं, वहाँ पर अभी क्या ਹਾਈਵੇ ਤੇ ਜਾਂਦੇ ਨੇ। ਹਾਂਜੀ ਅਸੀਂ ਸਾਰੇ ਥਾਣਿਆਂ ਦੀ ਅਸੀਂ ਸਿਕਿਉਰਿਟੀ ਆਡਿਟ ਕਰਾ ਕੇ ਉਹਨਾਂ ਦੀ ਸਿਕਿਉਰਿਟੀ ਨੂੰ ਐਪਰੋਪ੍ਰੀਏਟਲੀ ਅਸੀਂ ਟਾਈਟਨ ਕਰ ਰਹੇ ਹਾਂ। ਕਿ ਜਿੱਥੇ ਸੀਸੀਟੀਵੀ ਲਗਾਉਂਦੇ ਹੈ, ਜਿੱਥੇ ਅਸੀਂ ਹਾਰਡਨ ਸਿਕਿਉਰਿਟੀ ਕਰਨੀ ਹੈ, ਜਿੱਥੇ ਅਸੀਂ ਕਈ ਥਾਵਾਂ ਤੇ ਡਿਪਲੋਇਮੈਂਟ ਵਧਾਈ ਹੈ, ਦੇ ਬਾਉਂਡਰੀ ਵਾਲ ਕਿਤੇ ਨਹੀਂ ਹੈਗੀ ਬਾਉਂਡਰੀ ਵਾਲ ਬਣਵਾ ਕੇ ਉਹਦੀ ਹਾਈਟਸ ਰੇਸ ਕਰੀ ਜਾ ਰਹੀ ਹੈ, ਜਿੱਥੇ ਡਰੈਗਨ ਲਾਈਟਾਂ ਦੀ ਲੋੜ ਹੈਗੀ ਡਰੈਗਨ ਲਾਈਟਾਂ ਕਰ। ਅਸੀਂ ਸਾਰੇ ਐਸਐਸਪੀਜ਼ ਨੂੰ ਇਹ ਟਾਸਕ ਦਿੱਤਾ ਹੈ ਕਿ ਆਫੀਸਰਸ ਦੀ ਡਿਊਟੀ ਲਾ ਕੇ ਨਹੀਂ ਆਲ ਓਵਰ ਪੰਜਾਬ ਅਸੀਂ ਆਲ ਓਵਰ ਪੰਜਾਬ ਕਰ ਰਹੇ ਹਾਂ। ਅੰਮ੍ਰਿਤਸਰ ਦੇ ਵਿੱਚੋਂ ਐਨਆਰਆਈ ਵੀਡੀਓ ਵਾਇਰਲ ਹੋਈ ਹੈ, ਐਨਆਰਆਈ ਵੈਡਿੰਗ ਦੇ ਦੌਰਾਨ ਜਿਹੜੀ ਫਾਇਰਿੰਗ ਹੋਈ ਸੀ, ਐਲੀਗੇਸ਼ਨ ਲਗਾ ਰਹੀ ਹੈ ਕਿ ਪੁਲਿਸ ਵੱਲੋਂ ਉਸ ਮਾਮਲੇ ਦੇ ਵਿੱਚ ਕਾਰਵਾਈ ਨਹੀਂ ਕੀਤੀ ਗਈ, ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਨੂੰ। ਉਸ ਮਾਮਲੇ 'ਚ ਐਕਚੁਅਲੀ ਗੱਲ ਕੀ ਹੈਗੀ ਜਿਹੜਾ ਅਸੀਂ ਵੀ ਆਰ ਟੇਕਿੰਗ ਅਗੇਨ ਅ ਮੈਰਿਟ ਬੇਸਡ ਵਿਊ ਇਨ ਦਿਸ ਕਿ ਦੋਵੇਂ ਪਾਸੇ ਫਾਇਰਿੰਗ ਹੋਈ ਸੀ। ਹੁਣ ਜਿਹੜੀ ਹੈ ਐਨਆਰਆਈ ਫੈਮਿਲੀ ਹੈ ਜਿਹੜਾ ਇਹਨਾਂ ਦਾ ਬਿਆਨ ਦਰਜ ਹੋਇਆ ਹੈ ਇਸ ਦੇ ਉੱਪਰ 13 ਗ੍ਰਿਫਤਾਰੀਆਂ ਹੋਈਆਂ ਜੀ। ਸੋ ਆਲ ਦਾ ਅਕਿਊਜ਼ਡ ਨੇਮਡ ਇਨ ਦੀ ਐਫਆਈਆਰ ਹੈਵ ਬੀਨ ਅਰੈਸਟਡ। ਇਹਨਾਂ ਤੇ ਕ੍ਰਾਸ ਐਫਆਈਆਰ ਬਣ ਗਈ ਹੈ ਕਿਉਂਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ। ਸੋ ਇਹਨਾਂ ਦੀ ਪਲੀ ਹੈਗੀ ਕਿ ਅਸੀਂ ਸੈਲਫ ਡਿਫੈਂਸ 'ਚ ਫਾਇਰ ਕੀਤੀ ਹੈ। ਤਾਂ ਸੀਪੀ ਅੰਮ੍ਰਿਤਸਰ ਇਜ਼ ਸੀਜ਼ਡ ਆਫ ਦਾ ਮੈਟਰ ਤੇ ਐਪਰੋਪ੍ਰੀਏਟ ਜੋ ਫੈਕਟਸ ਤੇ ਮੈਰਿਟ ਤੇ ਜੋ ਬਣਦਾ ਹੈਗਾ ਉਹ ਕਾਰਵਾਈ ਕੀਤੀ ਜਾਊਗੀ।